ਸਾਰੇ ਜਾਣਦੇ ਹੋ ਕਿ ਜਦੋਂ ਇਹ ਬਿਮਾਰੀ ਸਾਰੀ ਦੁਨੀਆ ਵਿੱਚ ਵਧਣ ਲੱਗੀ ਸੀ ਤਾਂ ਉਸ ਵੇਲੇ ਇੰਡੀਆ ਔਰ ਪੰਜਾਬ ਨੇ ਕੰਪਲੀਟ ਲਾਕਡਾਊਨ ਕਰਤਾ ਸੀ, ਕਰਫਿਊ ਲਾਤਾ ਸੀ 60 ਦਿਨ ਬਾਅਦ। ਜਿਹੜੀ ਦਿੱਲੀ ਦੀ ਸਰਕਾਰ ਦੇ ਬਹੁਤ ਆਪਾਂ ਸਾਰੇ ਗੁਣ ਗਾਉਂਦੇ ਸੀਗੇ ਕਿ ਦਿੱਲੀ ਦੇ ਹਸਪਤਾਲ, ਦਿੱਲੀ ਦੇ ਮੁਹੱਲਾ ਕਲੀਨਿਕ, ਉਹਨਾਂ ਨੇ ਵੀ ਆਪਣੇ ਹੱਥ ਖੜੇ ਕਰ ਦਿੱਤੇ ਨੇ। ਤੁਸੀਂ ਦੇਖ ਰਹੇ ਹੋ ਕਿ ਦਿੱਲੀ ਤੋਂ ਬਹੁਤ ਸਾਰੇ ਮਰੀਜ਼ ਜਿਹੜੇ ਨੇ ਉਹ ਦੂਜੇ ਸੂਬਿਆਂ 'ਚ ਜਿਹੜੇ ਪੰਜਾਬ ਨਾਲ ਕਨੈਕਟਡ ਉਹ ਸਾਰੇ ਪੰਜਾਬ ਵੱਲ ਨੂੰ ਆ ਰਹੇ ਨੇ ਕਿ ਅਸੀਂ ਇੱਥੇ ਆਪਣਾ ਇਲਾਜ ਕਰੀਏ। ਮੈਂ ਦੇਖਿਆ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅੱਜ ਹੀ ਅਪੀਲ ਕਰ ਰਹੇ ਨੇ ਕਿ ਸਾਨੂੰ ਬਹੁਤ ਸਾਰੇ ਹੋਰ ਡਾਕਟਰਸ ਚਾਹੀਦੇ ਨੇ, ਬਹੁਤ ਸਾਰੀਆਂ ਹੋਰ ਨਰਸਿਸ ਚਾਹੀਦੀਆਂ। ਮੇਰਾ ਇਹ ਮੰਨਣਾ ਕਿ ਅੱਜ ਸਾਨੂੰ ਰੱਬ ਰੱਖ ਕੇ ਛੱਡਿਆ ਗਿਆ ਵਾ ਆਪਣੀ ਦੇਸ਼ ਦੀ ਸਰਕਾਰ ਨੂੰ, ਔਰ ਉਹਨਾਂ ਦੀ ਮਜਬੂਰੀ ਸਿੱਧੀ ਜਿਹੜੀ ਆ ਗਵਰਨਮੈਂਟ ਸੀ ਉਹ ਰੈਵਨਿਊ ਦੀ ਘਾਟ ਹੋਣ ਕਰਕੇ। ਚਾਹੇ ਆਪਾਂ ਦੇਸ਼ ਪੱਧਰ ਦੀ ਗੱਲ ਕਰੀਏ, ਪੰਜਾਬ ਤੁਸੀਂ ਸੁਣ ਰਹੇ ਹੋ ਕਿ ਪੰਜਾਬ ਨੂੰ ਪਿਛਲੇ 2 ਮਹੀਨਿਆਂ ਦੀ ਕਰੋਨਾ ਵਾਇਰਸ ਦੇ ਕਰਕੇ ਆਲਮੋਸਟ 20,000 ਕਰੋੜ ਰੁਪਏ ਦਾ ਰੈਵਨਿਊ ਲਾਸ ਹੋ ਕਹਿੰਦੇ ਨੇ ਸਰਕਾਰ। ਪਰ ਇਹਦਾ ਮਤਲਬ ਇਹ ਆ ਕਿ ਆਪਾਂ ਲੋਕਾਂ ਨੂੰ ਰੱਬ ਆਸਰੇ ਛੱਡ ਦਈਏ, ਮਤਲਬ ਕੁਦਰਤ ਦੇ ਰਹਿਮੋ ਕਰਮ ਤੇ ਛੱਡ ਦਈਏ, ਇਹਦਾ ਆਪਣਾ ਕੋਈ ਰੋਲ ਨਹੀਂ ਕਰਦਾ। ਜਦੋਂ ਦਾ ਹੁਣ ਕੈਪਟਨ ਸਾਹਿਬ ਨੇ ਤੇ ਮੋਦੀ ਸਾਹਿਬ ਨੇ ਦੇਸ਼ ਨੂੰ ਦਮ ਖੋਲ ਦਿੱਤਾ ਵਾ ਬਿਨਾਂ ਕਿਸੇ ਪ੍ਰੋਪਰ ਰੋਡ ਮੈਪ ਤੋਂ, ਬਿਨਾਂ ਕਿਸੇ ਪਲੈਨਿੰਗ ਤੋਂ। ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਇੰਡੀਆ ਜਿਹੜਾ ਵਾ ਉਹ ਇਟਲੀ ਨੂੰ ਵੀ ਕ੍ਰਾਸ ਕਰ ਗਿਆ ਤੇ ਯੂਕੇ ਨੂੰ ਵੀ ਕ੍ਰਾਸ ਕਰ ਗਿਆ। ਸ਼ਾਇਦ ਦੁਨੀਆ ਵਿੱਚ ਚੌਥੇ ਨੰਬਰ ਦੇ ਉੱਤੇ ਬਿਮਾਰੀ ਨਾਲ ਅਫੈਕਟਡ ਸਾਡਾ ਦੇਸ਼ ਵਾ। ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਤੇ ਤੁਸੀਂ ਦੇਖ ਰਹੇ ਹੋ ਕਿ ਇੱਕਦਮ ਸਾਰੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਚਹਿਲ ਪਹਿਲ ਹੋ ਗਈ ਆ ਜਿਹਦੇ ਨਾਲ ਕਿ ਇਹ ਬਿਮਾਰੀ ਪੰਜਾਬ ਦੇ ਵਿੱਚ ਵੀ ਬਹੁਤ ਵੱਧ ਗਈ। ਕੱਲ 5 ਮੌਤਾਂ ਹੋਈਆਂ ਨੇ ਔਰ 65-70 ਜਿਹੜੇ ਨਵੇਂ ਮਾਮਲੇ ਕਰੋਨਾ ਦੇ ਆਏ ਨੇ। ਔਰ ਇੱਥੇ ਕਹਿਣਾ ਜ਼ਰੂਰੀ ਆ ਕਿ ਜਾਂ ਤਾਂ ਹੋਵੇ ਨਾ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡਾ ਪ੍ਰਬੰਧ ਹੈ ਇਸ ਨੂੰ ਡੀਲ ਕਰਨ ਵਾਸਤੇ। ਆਪਣੇ ਕੋਲ ਹਰ ਕੰਮ ਦੀ ਸ਼ਾਰਟੇਜ ਹੈ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਜਿਹੜੇ ਮੌਜੂਦਾ ਸਾਡੇ ਸੂਬੇ ਦੇ ਤੇ ਸਾਡੇ ਦੇਸ਼ ਦੇ ਕਰੋਨਾ ਵਾਇਰਸ ਦੇ ਹਾਲਾਤ ਹੈ ਉਹਦੇ ਤੇ ਸੰਖੇਪ ਚਰਚਾ ਕਰਨ ਲਈ ਹਾਜ਼ਰ ਹੋਇਆ ਹਾਂ। ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਇਹ ਬਿਮਾਰੀ ਸਾਰੀ ਦੁਨੀਆ ਵਿੱਚ ਵਧਣ ਲੱਗੀ ਸੀ ਤਾਂ ਉਸ ਵੇਲੇ ਇੰਡੀਆ ਔਰ ਪੰਜਾਬ ਨੇ ਕੰਪਲੀਟ ਲਾਕਡਾਊਨ ਕਰਤਾ ਸੀ, ਕਰਫਿਊ ਲਾਤਾ ਸੀ 60 ਦਿਨ ਵਾਸਤੇ। ਮੈਂ ਸਮਝਦਾ ਕਿ ਠੀਕ ਫੈਸਲਾ ਸੀਗਾ ਔਰ ਉਹਨਾਂ 60 ਦਿਨਾਂ ਦੇ ਵਿੱਚ ਰੀਜ਼ਨੇਬਲ ਕੰਟਰੋਲ ਰਿਹਾ ਇਸ ਬਿਮਾਰੀ ਦੇ ਉੱਤੇ। ਹਾਂ, ਆਫ ਕੋਰਸ ਜਿਹੜੇ ਸੈਲਫ ਇੰਪਲੋਇਡ ਗਰੁੱਪ ਸੀਗੇ, ਜਿਹੜੇ ਗਰੀਬ ਆਦਮੀ, ਉਹਨਾਂ ਤੱਕ ਮੁਸ਼ਕਿਲ ਆ ਰਹੀ ਸੀ। ਮਾਈਗ੍ਰੈਂਟ ਲੇਬਰ ਨੂੰ ਜਾਣ ਆਉਣ ਦੀ ਬਹੁਤ ਮੁਸ਼ਕਿਲ ਆਈ, ਤਕਲੀਫਾਂ ਸਨ ਲੋਕਾਂ ਨੂੰ, ਲੇਕਿਨ ਇਹ ਬਿਮਾਰੀ ਜਿਹੜੀ ਸੀਗੀ ਰੀਜ਼ਨੇਬਲ ਕੰਟਰੋਲ ਤੱਕ ਸੀਗੀ। ਜਦੋਂ ਦਾ ਹੁਣ ਕੈਪਟਨ ਸਾਹਿਬ ਨੇ ਤੇ ਮੋਦੀ ਸਾਹਿਬ ਨੇ ਦੇਸ਼ ਨੂੰ ਦਮ ਖੋਲ ਦਿੱਤਾ ਵਾ ਬਿਨਾਂ ਕਿਸੇ ਪ੍ਰੋਪਰ ਰੋਡ ਮੈਪ ਤੋਂ, ਬਿਨਾਂ ਕਿਸੇ ਪਲੈਨਿੰਗ ਤੋਂ। ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਇੰਡੀਆ ਜਿਹੜਾ ਵਾ ਉਹ ਇਟਲੀ ਨੂੰ ਵੀ ਕ੍ਰਾਸ ਕਰ ਗਿਆ ਤੇ ਯੂਕੇ ਨੂੰ ਵੀ ਕ੍ਰਾਸ ਕਰ ਗਿਆ। ਸ਼ਾਇਦ ਦੁਨੀਆ ਵਿੱਚ ਚੌਥੇ ਨੰਬਰ ਦੇ ਉੱਤੇ ਬਿਮਾਰੀ ਨਾਲ ਅਫੈਕਟਡ ਸਾਡਾ ਦੇਸ਼ ਬਣ ਗਿਆ। ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਤੇ ਤੁਸੀਂ ਦੇਖ ਰਹੇ ਹੋ ਕਿ ਇੱਕਦਮ ਸਾਰੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਚਹਿਲ ਪਹਿਲ ਹੋ ਗਈ ਆ ਜਿਹਦੇ ਨਾਲ ਕਿ ਇਹ ਬਿਮਾਰੀ ਪੰਜਾਬ ਦੇ ਵਿੱਚ ਵੀ ਬਹੁਤ ਵੱਧ ਗਈ। ਕੱਲ 5 ਮੌਤਾਂ ਹੋਈਆਂ ਨੇ ਔਰ 65-70 ਜਿਹੜੇ ਨਵੇਂ ਮਾਮਲੇ ਕਰੋਨਾ ਦੇ ਆਏ ਨੇ। ਔਰ ਇੱਥੇ ਇਹ ਕਹਿਣਾ ਜ਼ਰੂਰੀ ਆ ਕਿ ਜਾਂ ਤਾਂ ਹੋਵੇ ਨਾ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡਾ ਪ੍ਰਬੰਧ ਹੈ ਇਸ ਨੂੰ ਡੀਲ ਕਰਨ ਵਾਸਤੇ। ਆਪਣੇ ਕੋਲ ਹਰ ਕੰਮ ਦੀ ਸ਼ਾਰਟੇਜ ਆ। ਜਿਹੜੀ ਦਿੱਲੀ ਦੀ ਸਰਕਾਰ ਦੇ ਬਹੁਤ ਆਪਾਂ ਸਾਰੇ ਗੁਣ ਗਾਉਂਦੇ ਸੀਗੇ ਕਿ ਦਿੱਲੀ ਦੇ ਹਸਪਤਾਲ, ਦਿੱਲੀ ਦੇ ਮੁਹੱਲਾ ਕਲੀਨਿਕ, ਉਹਨਾਂ ਨੇ ਵੀ ਆਪਣੇ ਹੱਥ ਖੜੇ ਕਰ ਦਿੱਤੇ ਨੇ। ਤੁਸੀਂ ਦੇਖ ਰਹੇ ਹੋ ਕਿ ਦਿੱਲੀ ਤੋਂ ਬਹੁਤ ਸਾਰੇ ਮਰੀਜ਼ ਜਿਹੜੇ ਨੇ ਉਹ ਦੂਜੇ ਸੂਬਿਆਂ 'ਚ ਜਿਹੜੇ ਪੰਜਾਬ ਨਾਲ ਕਨੈਕਟਡ ਉਹ ਸਾਰੇ ਪੰਜਾਬ ਵੱਲ ਨੂੰ ਆ ਰਹੇ ਨੇ ਕਿ ਅਸੀਂ ਇੱਥੇ ਆਪਣਾ ਇਲਾਜ ਕਰਾਈਏ। ਔਰ ਮੈਂ ਦੇਖਿਆ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅੱਜ ਹੀ ਅਪੀਲ ਕਰ ਰਹੇ ਨੇ ਕਿ ਸਾਨੂੰ ਬਹੁਤ ਸਾਰੇ ਹੋਰ ਡਾਕਟਰਸ ਚਾਹੀਦੇ ਨੇ, ਬਹੁਤ ਸਾਰੀਆਂ ਹੋਰ ਨਰਸਿਸ ਚਾਹੀਦੀਆਂ ਨੇ। ਇਹਦਾ ਮਤਲਬ ਦਿੱਲੀ ਦੇ ਵਿੱਚ ਉਹਨਾਂ ਦੇ ਕੋਲ ਨਾ ਇੰਨੇ ਬੈੱਡਸ ਦਾ ਪ੍ਰਬੰਧ ਆ, ਨਾ ਇੰਨੀਆਂ ਵੈਂਟੀਲੇਟਰਸ ਦਾ ਪ੍ਰਬੰਧ ਆ, ਨਾ ਉਹਨਾਂ ਦੇ ਕੋਲ ਇੰਨੇ ਡਾਕਟਰਸ ਤੇ ਨਰਸਿਸ ਦਾ ਪ੍ਰਬੰਧ ਆ, ਬਲਕਿ ਹੋਟਲਸ ਨੂੰ ਸਟੈਂਡ ਬਾਈ ਕੀਤਾ ਗਿਆ ਵਾ। ਇਹ ਗੱਲ ਮੈਂ ਕੈਪੀਟਲ ਦੀ ਕਰ ਰਿਹਾ। ਫਰਜ਼ ਕਰੋ ਇਹ ਮਹਾਮਾਰੀ ਦੇ ਕਰਕੇ ਇਹ ਬਿਮਾਰੀ ਹੋਰ ਜ਼ਿਆਦਾ ਤੇਜ਼ੀ ਨਾਲ ਫੈਲਣ ਲੱਗ ਗਈ ਤੇ ਕੌਣ ਜ਼ਿੰਮੇਵਾਰ ਹੋਵੇਗਾ? ਅੰਗਰੇਜ਼ੀ 'ਚ ਕਹਿੰਦੇ ਨੇ ਪੈਨੀ ਵਾਈਜ਼ ਐਂਡ ਪਾਊਂਡ ਫੁਲਿਸ਼। ਕਈ ਵਾਰ ਆਪਾਂ ਛੋਟੀ ਗੱਲ ਤੇ ਕਿਰਸ ਕਰਨ ਲੱਗੇ ਬਹੁਤ ਸੋਚ ਵਿਚਾਰਾਂ ਨਾਲ ਕੰਮ ਕਰੀਦਾ, ਖਰਚਾ ਕਰੀਦਾ, ਤੇ ਜਦੋਂ ਵੱਡੇ ਖਰਚਿਆਂ ਵਾਲੀ ਗੱਲ ਕਰਦੇ ਤਾਂ ਆਪਾਂ ਮੂਰਖਤਾਈ ਵਾਲੇ ਪਾਸੇ ਨੂੰ ਤੁਰ ਪੈਂਦੇ। ਮੇਰਾ ਇਹ ਮੰਨਣਾ ਕਿ ਅੱਜ ਸਾਨੂੰ ਰੱਬ ਰੱਖ ਕੇ ਛੱਡਿਆ ਗਿਆ ਵਾ ਆਪਣੀ ਦੇਸ਼ ਦੀ ਸਰਕਾਰ ਨੂੰ, ਔਰ ਉਹਨਾਂ ਦੀ ਮਜਬੂਰੀ ਸਿੱਧੀ ਜਿਹੜੀ ਆ ਗਵਰਨਮੈਂਟ ਸੀ ਉਹ ਰੈਵਨਿਊ ਦੀ ਘਾਟ ਹੋਣ ਕਰਕੇ ਆ। ਉਹਨਾਂ ਦੀ ਆਮਦਨ ਘਟ ਗਈ ਸੀਗੀ। ਚਾਹੇ ਆਪਾਂ ਦੇਸ਼ ਪੱਧਰ ਦੀ ਗੱਲ ਕਰੀਏ, ਪੰਜਾਬ ਤੁਸੀਂ ਸੁਣ ਰਹੇ ਹੋ ਕਿ ਪੰਜਾਬ ਨੂੰ ਪਿਛਲੇ 2 ਮਹੀਨਿਆਂ ਦੀ ਕਰੋਨਾ ਵਾਇਰਸ ਦੇ ਕਰਕੇ ਆਲਮੋਸਟ 20,000 ਕਰੋੜ ਰੁਪਏ ਦਾ ਰੈਵਨਿਊ ਲਾਸ ਹੋ ਕਹਿੰਦੀ ਨੇ ਸਰਕਾਰ। ਮੰਨ ਲਿਆ ਹੈਗਾ ਵਾ, ਪਰ ਇਹਦਾ ਮਤਲਬ ਇਹ ਆ ਕਿ ਆਪਾਂ ਲੋਕਾਂ ਨੂੰ ਰੱਬ ਆਸਰੇ ਛੱਡ ਦਈਏ, ਮਤਲਬ ਕੁਦਰਤ ਦੇ ਰਹਿਮੋ ਕਰਮ ਤੇ ਛੱਡ ਦਈਏ, ਇਹਦਾ ਆਪਣਾ ਕੋਈ ਰੋਲ ਨਹੀਂਗਾ। ਔਰ ਤੁਸੀਂ ਦੇਖੋ ਕਿ
ਸੈਟਰਡੇ ਸੰਡੇ ਫਿਰ ਵੀਕਐਂਡ ਤੇ ਬੰਦ ਕਰਨਾ ਪਿਆ ਕੈਪਟਨ ਸਾਹਿਬ ਨੂੰ। ਕਿਉਂ ਬੰਦ ਕਰਨਾ ਪਿਆ? ਕਿਉਂਕਿ ਉਹਨਾਂ ਨੂੰ ਡਰ ਲੱਗ ਰਿਹਾ ਵਾ ਕਿ ਬਿਮਾਰੀ ਹੋਰ ਪੰਜਾਬ ਦੇ ਵਿੱਚ ਜ਼ਿਆਦਾ ਫੈਲ ਰਹੀ। ਕੱਲ 5 ਬੰਦੇ ਅਕਸਰ ਮਰੇ ਨੇ ਪੰਜਾਬ ਦੇ ਵਿੱਚ, ਪਰ ਮੂਰਖਤਾਈ ਵਾਲਾ ਫੈਸਲਾ ਦੇਖ ਲਓ, ਸਾਰਾ ਕੁਝ ਬੰਦ ਕਰਤਾ, ਠੇਕੇ ਸ਼ਰਾਬ ਦੇ ਖੁੱਲੇ ਛੱਡੇ ਨੇ। ਇੱਕ ਚਰਚਾ ਦਾ ਵਿਸ਼ਾ ਬਣਾ ਲੈਂਦੇ ਨੇ ਆਪ ਹੀ। ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਆਮਦਨ ਦੀ ਜ਼ਿਆਦਾ ਫਿਕਰ ਹੈ ਕਿ ਸਾਨੂੰ ਸ਼ਰਾਬ ਤੋਂ ਆਮਦਨ ਹੋਵੇ। ਪਿਛਲੇ ਲੋਕਡਾਊਨ ਦੇ ਵਿੱਚ ਵੀ ਕੈਬਨਿਟ ਮੀਟਿੰਗ ਜਿਹੜੀ ਸੀਗੀ ਉਹ ਪੰਜਾਬ ਦੇ ਆਮ ਆਵਾਮ ਦੀ ਮੁਸ਼ਕਿਲਾਤਾਂ ਵਾਸਤੇ ਨਹੀਂ ਸੀਗੀ ਕਿ ਅਸੀਂ ਰਾਸ਼ਨ ਦਈਏ, ਗਰੀਬਾਂ ਦੀ ਮਦਦ ਕਰੀਏ। ਉਹ ਸਾਰੀ ਮੀਟਿੰਗ ਜਿਹੜੀ ਸੀ ਉਹ ਸ਼ਰਾਬ ਦੀ ਪਾਲਿਸੀ ਨੂੰ ਲੈ ਕੇ ਕੈਬਨਿਟ ਮੀਟਿੰਗ ਰੱਖੀ ਗਈ ਸੀ, ਜਦੋਂ ਕਰਫਿਊ ਵੀ ਲੱਗਿਆ ਹੋਇਆ ਸੀ ਪੰਜਾਬ ਦੇ ਵਿੱਚ। ਸੋ ਮੈਂ ਤਾਂ ਸਾਰੇ ਆਪਣੇ ਸਤਿਕਾਰਯੋਗ ਵੀਰਾਂ ਭੈਣਾਂ ਬੱਚਿਆਂ ਬਜ਼ੁਰਗਾਂ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਤਾਂ ਉਹਨਾਂ ਨੇ ਰੱਬ ਆਸਰੇ ਛੱਡ ਦਿੱਤਾ ਵਾ। ਹੁਣ ਆਪਾਂ ਸਾਰਾ ਜਿੰਨਾ ਕਿ ਇhtiyਾਤ ਕਰ ਸਕਦੇ, ਜਿਹੜੇ ਬਹੁਤ ਜ਼ਰੂਰੀ ਕੰਮ ਨੇ ਤੁਹਾਨੂੰ ਬਾਹਰ ਜਾਣ ਵਾਸਤੇ ਜ਼ਰੂਰ ਜਾਓ, ਇੱਕ ਵਿਅਕਤੀ ਜਾਂ 2 ਵਿਅਕਤੀ ਕਰਕੇ ਆਪਣਾ ਕੰਮ ਕਰ ਰਹੇ ਹੋ। ਜਿਨ੍ਹਾਂ ਨੂੰ ਕੋਈ ਕੰਮ ਨਹੀਂਗਾ, ਜਿਹੜੇ ਮਹਿਜ਼ ਤਫਰੀ ਵਾਸਤੇ ਜਾਂ ਬਾਜ਼ਾਰਾਂ ਵਿੱਚ ਉੱਦਾਂ ਘੁੰਮਣ ਲਈ ਜਾਂਦੇ ਨੇ, ਕੁਝ ਵੀ ਹੋ ਸਕਦਾ, ਕਿਉਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜੀ ਉਹਨਾਂ ਦੀ ਲੇਟੈਸਟ ਰਿਸਰਚ ਆਈ, ਉਹਨਾਂ ਨੇ ਕਿਹਾ ਕਿ ਜਿਹੜੇ ਡ੍ਰੌਪਲੇਟਸ ਨੇ ਜਿਹੜੇ ਵਾਇਰਸ ਸਪਰੈਡ ਕਰ ਸਕਦੀ, ਪਹਿਲਾਂ ਕਿਹਾ ਸੀ 3 ਫੁੱਟ ਦੀ ਦੂਰੀ ਤੱਕ ਜਾ ਸਕਦੇ ਨੇ, ਫਿਰ ਕਿਹਾ 6 ਫੁੱਟ ਦੀ ਦੂਰੀ ਤੱਕ ਹਵਾ 'ਚ ਰਹਿ ਸਕਦੇ ਨੇ, ਹੁਣ ਉਹਨਾਂ ਨੇ ਕਿਹਾ ਕਿ 12 ਫੁੱਟ ਦੀ ਦੂਰੀ ਤੱਕ ਵੀ ਇਹ ਵਾਇਰਸ ਕੁਝ ਘੰਟੇ ਹਵਾ ਦੇ ਵਿੱਚ ਰਹਿ ਸਕਦੀ ਆ, ਜਿਹਦੇ ਕਰਕੇ ਤੁਸੀਂ ਇਸ ਨੂੰ ਵਾਇਰਸ ਨੂੰ ਕੰਟੈਕਟ ਕਰ ਸਕਦੇ ਹੋ। ਇਸ ਲਈ ਜਿੰਨਾ ਕੁ ਆਪਾਂ ਆਪਣਾ ਬਚਾਅ ਕਰ ਸਕਦੇ ਉਸ ਨੂੰ ਕਰਨ ਦਾ ਉਪਰਾਲਾ ਕਰੀਏ। ਔਰ ਮੇਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਵੀ ਨਾਲ ਬੇਨਤੀ ਆ ਕਿ ਕੁਛ ਨਾ ਕੁਛ ਤਾਂ ਤੁਸੀਂ ਇhtiyਾਤ ਕੰਟਰੋਲ ਕਰੋ। ਤੁਸੀਂ ਅਗਰ ਇੰਡਸਟਰੀ ਖੋਲ੍ਹਣਾ ਚਾਹੁੰਦੇ ਹੋ ਤੇ ਉਸ ਨੂੰ ਕੁਝ ਲਿਮਿਟਿਡ ਤਰੀਕੇ ਦੇ ਨਾਲ ਚਲਾਓ। ਅਗਰ ਤੁਸੀਂ ਸੈਲਫ ਇੰਪਲੋਇਡ ਲੋਕਾਂ ਨੂੰ ਜਿਨ੍ਹਾਂ ਦੀ ਆਮਦਨ ਬੰਦ ਹੋ ਰਹੀ ਆ, ਕਿਉਂਕਿ ਆਪਾਂ ਤਾਂ ਉਹਨਾਂ ਨੂੰ ਕੁਝ ਦੇ ਨਹੀਂ ਸਕੇ, ਸਿਰਫ 500 ਰੁਪਏ ਦਾ ਰਾਸ਼ਨ ਦਿੱਤਾ, ਉਹਦੇ ਤੇ ਵੀ ਸਾਡੀਆਂ ਫੋਟੋਆਂ ਹੋਣੀਆਂ ਚਾਹੀਦੀਆਂ ਨੇ। ਪਿਛਲੇ 2 ਮਹੀਨਿਆਂ ਦੇ ਵਿੱਚ 500 ਰੁਪਏ ਦਾ ਰਾਸ਼ਨ ਦੇ ਕੇ ਆਪਣਾ ਪੱਲਾ ਝਾੜ ਲਿਆ ਪੰਜਾਬ ਸਰਕਾਰ ਨੇ। ਤੁਸੀਂ ਅਗਰ ਖੋਲ੍ਹਣਾ ਵੀ ਚਾਹੁੰਦੇ ਹੋ ਤਾਂ ਉਹਨੂੰ ਕਿਸੇ ਫੇਜ਼ਸ ਵਿੱਚ ਖੋਲ੍ਹੋ, ਕਿਸੇ ਟਾਈਮਿੰਗਸ ਦੇ ਨਾਲ ਖੋਲ੍ਹੋ। ਜਿੱਦਾਂ ਤੁਸੀਂ ਪਹਿਲਾਂ ਖੋਲ੍ਹਿਆ ਸੀਗਾ 4 ਤੋਂ 5 ਘੰਟੇ ਕਾਫੀ ਸੀਗਾ, ਉਹਦੇ ਨਾਲ ਜਿਹੜੇ ਆਮ ਐਸੈਂਸ਼ੀਅਲ ਕਮੋਡਿਟੀਜ਼ ਸੀਗੀਆਂ, ਰੋਜ਼ਮਰਾ ਦੀ ਚੀਜ਼ਾਂ ਸੀ, ਲੋਕ ਲੈਣ ਵਿੱਚ ਕਾਮਯਾਬ ਹੋਏ ਸੀਗੇ ਔਰ ਠੀਕ ਚੱਲ ਰਿਹਾ ਸੀਗਾ। ਪਰ ਆ ਜਿਹੜਾ ਸਾਰਾ ਟੋਟਲੀ ਖੋਲ੍ਹ ਦਿੱਤਾ ਵਾ, ਔਰ ਰੈਸਟੋਰੈਂਟਸ ਵੀ ਖੋਲ੍ਹ ਦਿੱਤੇ, ਔਰ ਸਾਰੇ ਹੋਟਲਸ ਖੋਲ੍ਹਤੇ, ਪਬਲਿਕ ਟਰਾਂਸਪੋਰਟ ਖੋਲ੍ਹਤੀ ਆ। ਮੰਨ ਲਿਆ ਕਿ ਲੋਕਾਂ ਦੇ ਜ਼ਰੂਰੀ ਕੰਮਕਾਰ ਨੇ, ਪਰ ਉਹ ਕੀ ਕਹਿੰਦੇ ਆ ਕਿ ਜਾਨ ਹੈ ਤਾਂ ਜਹਾਨ ਹੈ। ਜੇ ਜਾਨ ਹੀ ਨਹੀਂ ਗਈ ਤੇ ਫਿਰ ਬਾਕੀ ਸਾਰੀਆਂ ਗੱਲਾਂ ਵਿਅਰਥ ਨੇ। ਇਸ ਲਈ ਮੈਂ ਸਮਝਦਾ ਕਿ ਸਰਕਾਰਾਂ ਨੂੰ ਆਪਣੇ ਇਕੱਲਾ ਆਮਦਨ ਦੇ ਸਾਧਨ ਨੂੰ ਨਜ਼ਰੀਆ ਨਹੀਂ ਬਣਾਉਣਾ ਚਾਹੀਦਾ। ਉਹਨਾਂ ਨੂੰ ਜਨਤਾ ਦੀ, ਆਮ ਆਵਾਮ ਦੀ ਭਲਾਈ ਦਾ ਕੰਮ ਦੇਖ ਕੇ, ਉਹਦਾ ਭਵਿੱਖ ਦੇਖ ਕੇ, ਉਹਨਾਂ ਦੀ ਸਿਹਤ ਨੂੰ, ਉਹਨਾਂ ਨੂੰ ਜੋ ਖਤਰਾ ਇਸ ਵਕਤ ਆ ਰਿਹਾ ਉਸ ਨੂੰ ਮੱਦੇਨਜ਼ਰ ਰੱਖ ਕੇ ਫੈਸਲਾ ਲੈਣਾ ਚਾਹੀਦਾ। ਔਰ ਇੱਕ ਵਾਰ ਬੈਠ ਕੇ ਅੱਛੀ ਤਰ੍ਹਾਂ ਫਿਰ ਰਿਵਿਊ ਕਰਨ ਕਿ ਕੀ ਪੰਜਾਬ ਦੇ ਵਿੱਚ ਲਿਮਿਟਿਡ ਲੋਕਡਾਊਨ ਕੀਤਾ ਜਾ ਸਕਦਾ ਵਾ, ਔਰ ਅਗਰ ਖੋਲ੍ਹਣਾ ਵਾ ਤੇ ਉਸ ਨੂੰ ਫੇਜ਼ਸ ਵਿੱਚ ਖੋਲ੍ਹਣ ਜਾਂ ਰੋਟੇਸ਼ਨਲ ਖੋਲ੍ਹ ਲੈਣ। ਕਈ ਤਰੀਕੇ ਨੇ, ਬਹੁਤ ਸਾਰੇ ਹੋਰ ਵਿਦਵਾਨ ਬੈਠੇ ਨੇ ਸਰਕਾਰਾਂ ਦੇ ਕੋਲ, ਇੰਨੇ ਅਫਸਰ ਬਿਠਾਏ ਨੇ ਚੰਡੀਗੜ੍ਹ ਦੇ ਵਿੱਚ ਜਿਹੜੇ IAS ਕਹਿੰਦੇ ਬਿਊਰੋਕਰੈਟਸ ਨੇ, ਕਹਿੰਦੇ ਬੈਸਟ ਮਾਈਂਡਸ ਨੇ, ਤੇ ਫਿਰ ਇੰਨਾ ਵੀ ਨਹੀਂ ਸੋਚ ਸਕਦੇ ਕਿ ਕਿਸੇ ਚੰਗੇ ਤਰੀਕੇ ਦੇ ਨਾਲ ਪੰਜਾਬ ਨੂੰ ਖੋਲ੍ਹ ਕੇ ਤੇ ਉਹਦਾ ਜਿਹੜਾ ਹੈ ਕੰਮ ਵੀ ਚੱਲ ਸਕੇ ਤੇ ਬਿਮਾਰੀ ਤੇ ਕੰਟਰੋਲ ਵੀ ਕਰ ਸਕੇ। ਪਰ ਪੈਂਡਿੰਗ ਆਲ ਦਿਸ ਆਈ ਕੈਨ ਓਨਲੀ ਰਿਕੁਐਸਟ ਆਲ ਆਫ ਯੂ ਕਿ ਜਿੰਨਾ ਵੀ ਇhtiyਾਤ ਕਰ ਸਕਦੇ ਆਪਣਾ ਇhtiyਾਤ ਕਰਨ ਦੀ ਕੋਸ਼ਿਸ਼ ਕਰੀਏ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ। ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਇਹ ਬਿਮਾਰੀ ਸਾਰੀ ਦੁਨੀਆ ਵਿੱਚ ਵਧਣ ਲੱਗੀ ਸੀ ਤਾਂ ਉਸ ਵੇਲੇ ਇੰਡੀਆ ਔਰ ਪੰਜਾਬ ਨੇ ਕੰਪਲੀਟ ਲੋਕਡਾਊਨ ਕਰਤਾ ਸੀ, ਕਰਫਿਊ ਲਾਤਾ ਸੀ 60 ਦਿਨ ਬਾਅਦ। ਜਿਹੜੀ ਦਿੱਲੀ ਦੀ ਸਰਕਾਰ ਦੇ ਬਹੁਤ ਆਪਾਂ ਸਾਰੇ ਗੁਣ ਗਾਉਂਦੇ ਸੀਗੇ ਕਿ ਦਿੱਲੀ ਦੇ ਹਸਪਤਾਲ, ਦਿੱਲੀ ਦੇ ਮੁਹੱਲਾ ਕਲੀਨਿਕ, ਉਹਨਾਂ ਨੇ ਵੀ ਆਪਣੇ ਹੱਥ ਖੜੇ ਕਰ ਦਿੱਤੇ ਨੇ। ਤੁਸੀਂ ਦੇਖ ਰਹੇ ਹੋ ਕਿ ਦਿੱਲੀ ਤੋਂ ਬਹੁਤ ਸਾਰੇ ਮਰੀਜ਼ ਜਿਹੜੇ ਨੇ ਉਹ ਦੂਜੇ ਸੂਬਿਆਂ 'ਚ ਜਿਹੜੇ ਪੰਜਾਬ ਨਾਲ ਕਨੈਕਟਡ, ਉਹ ਸਾਰੇ ਪੰਜਾਬ ਵੱਲ ਨੂੰ ਆ ਰਹੇ ਨੇ ਕਿ ਅਸੀਂ ਇੱਥੇ ਆਪਣਾ ਇਲਾਜ ਕਰੀਏ। ਮੈਂ ਦੇਖਿਆ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅੱਜ ਹੀ ਅਪੀਲ ਕਰ ਰਹੇ ਨੇ ਕਿ ਸਾਨੂੰ ਬਹੁਤ ਸਾਰੇ ਹੋਰ ਡਾਕਟਰਸ ਚਾਹੀਦੇ ਨੇ, ਬਹੁਤ ਸਾਰੀਆਂ ਹੋਰ ਨਰਸਿਸ ਚਾਹੀਦੀਆਂ। ਮੇਰਾ ਇਹ ਮੰਨਣਾ ਕਿ ਅੱਜ ਸਾਨੂੰ ਰੱਬ ਰੱਖ ਕੇ ਛੱਡਿਆ ਗਿਆ ਵਾ ਆਪਣੀ ਦੇਸ਼ ਦੀ ਸਰਕਾਰ ਨੂੰ, ਔਰ ਉਹਨਾਂ ਦੀ ਮਜਬੂਰੀ ਸਿੱਧੀ ਜਿਹੜੀ ਆ ਗਵਰਨਮੈਂਟ ਸੀ, ਉਹ ਰੈਵਨਿਊ ਦੀ ਘਾਟ ਹੋਣ ਕਰਕੇ। ਚਾਹੇ ਆਪਾਂ ਦੇਸ਼ ਪੱਧਰ ਦੀ ਗੱਲ ਕਰੀਏ, ਪੰਜਾਬ ਤੁਸੀਂ ਸੁਣ ਰਹੇ ਹੋ ਕਿ ਪੰਜਾਬ ਨੂੰ ਪਿਛਲੇ 2 ਮਹੀਨਿਆਂ ਦੀ ਕਰੋਨਾ ਵਾਇਰਸ ਦੇ ਕਰਕੇ ਆਲਮੋਸਟ 20,000 ਕਰੋੜ ਰੁਪਏ ਦਾ ਰੈਵਨਿਊ ਲਾਸ ਉਹ ਕਹਿ ਰਹੇ ਨੇ ਸਰਕਾਰ। ਪਰ ਇਹਦਾ ਮਤਲਬ ਇਹ ਆ ਕਿ ਆਪਾਂ ਲੋਕਾਂ ਨੂੰ ਰੱਬ ਆਸਰੇ ਛੱਡ ਦਈਏ, ਮਤਲਬ ਕੁਦਰਤ ਦੇ ਰਹਿਮੋ ਕਰਮ ਤੇ ਛੱਡ ਦਈਏ, ਇਹਦਾ ਆਪਣਾ ਕੋਈ ਰੋਲ ਨਹੀਂ ਗਾ। ਜਦੋਂ ਦਾ ਹੁਣ ਕੈਪਟਨ ਸਾਹਿਬ ਨੇ ਤੇ ਮੋਦੀ ਸਾਹਿਬ ਨੇ ਦੇਸ਼ ਨੂੰ ਦਮ ਖੋਲ੍ਹ ਦਿੱਤਾ ਵਾ, ਬਿਨਾਂ ਕਿਸੇ ਪ੍ਰੋਪਰ ਰੋਡ ਮੈਪ ਤੋਂ, ਬਿਨਾਂ ਕਿਸੇ ਪਲੈਨਿੰਗ ਤੋਂ। ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਇੰਡੀਆ ਜਿਹੜਾ ਵਾ ਉਹ
ਇਟਲੀ ਨੂੰ ਵੀ ਕ੍ਰਾਸ ਕਰ ਗਿਆ ਤੇ ਯੂਕੇ ਨੂੰ ਵੀ ਕ੍ਰਾਸ ਕਰ ਗਿਆ। ਸ਼ਾਇਦ ਦੁਨੀਆ ਵਿੱਚ ਚੌਥੇ ਨੰਬਰ ਦੇ ਉੱਤੇ ਬਿਮਾਰੀ ਨਾਲ ਅਫੈਕਟਡ ਸਾਡਾ ਦੇਸ਼ ਵਾ। ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਤੇ ਤੁਸੀਂ ਦੇਖਦੇ ਹੋ ਕਿ ਇੱਕਦਮ ਸਾਰੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਚਹਿਲ ਪਹਿਲ ਹੋ ਗਈ ਆ ਜਿਹਦੇ ਨਾਲ ਕਿ ਇਹ ਬਿਮਾਰੀ ਪੰਜਾਬ ਦੇ ਵਿੱਚ ਵੀ ਬਹੁਤ ਵੱਧ ਗਈ। ਕੱਲ੍ਹ 5 ਮੌਤਾਂ ਹੋਈਆਂ ਨੇ ਔਰ 65-70 ਜਿਹੜੇ ਨਵੇਂ ਮਾਮਲੇ ਕਰੋਨਾ ਦੇ ਆਏ ਨੇ। ਔਰ ਇੱਥੇ ਇਹ ਕਹਿਣਾ ਜ਼ਰੂਰੀ ਆ ਕਿ ਜਾਂ ਤਾਂ ਹੋਵੇ ਨਾ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡਾ ਪ੍ਰਬੰਧ ਹੈ ਇਸ ਨੂੰ ਡੀਲ ਕਰਨ ਵਾਸਤੇ। ਆਪਣੇ ਕੋਲ ਹਰ ਕੰਮ ਦੀ ਸ਼ਾਰਟੇਜ ਹੈ।